काज माया वडियाई, जाको बिनसत बार न काई। ए सुपना सोवत नहीं जाने, अचेत व्यवस्था में लपटाने। रहाऊ महा मोह मोयो गावारा, पेखत पेखत ऊठ सिधारा। ऊंच ते ऊंच ताका दरबारा, कई जन बिनाए उपारा। दूसरो होआ ना को होई, जप नानक प्रभ एको सोई। वाहिगुरु जी का खालसा, वाहिगुरु जी की फतेह। गुरु सवारी साध संगत, ਗੁਰਬਾਣੀ ਦੀ ਵਿਚਾਰ ਸਾਡੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦੀ। ਇਸ ਲਈ ਬਾਣੀ ਵਿੱਚ ਬਾਰ-ਬਾਰ ਫਰਮਾਇਆ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਤਬ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਬ ਨਰ ਕਹੇ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਥ ਸੰਸਾਰ। ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ, ਜੇ 100 ਚੰਦਾ ਉਗਵੇਂ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਬਚਪਨ ਤੋਂ ਬਜ਼ੁਰਗਾਂ ਕੋਲੋਂ ਇਹ ਮੁਹਾਵਰਾ ਵੀ ਸੁਣਦੇ ਆਏ ਹਾਂ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਸੱਚਮੁੱਚ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਆਖਰੀ ਅਰਥ ਹੀ ਇਹੋ ਹਨ। ਗੋ ਕਹੀਏ ਅੰਧੇਰਾ, ਰੂ ਕਹੀਏ ਪ੍ਰਕਾਸ਼। ਜੋ ਹਨੇਰੇ ਵਿੱਚ ਗਿਆਨ ਦਾ ਚਾਨਣ ਕਰੇ, ਉਹ ਗੁਰੂ ਹੈ। ਅਤੇ ਗੁਰੂ ਤੋਂ ਬਿਨਾਂ ਕੋਈ ਵੀ ਜੀਵਨ ਦੀ ਕਿਰਿਆ ਸਫਲ ਨਹੀਂ ਹੁੰਦੀ। ਇਸ ਲਈ ਮਹਾਰਾਜ ਕਹਿੰਦੇ ਨੇ, ਗੁਰੂ ਦੀ ਸੰਗਤ ਵਿੱਚ ਆਏ ਤੋਂ ਬਿਨਾਂ ਅਸੀਂ ਅਗਿਆਨੀ ਜੀਵ ਦੁਨਿਆਵੀ ਪਦਾਰਥਾਂ ਦੀ ਪਕੜ ਵਿੱਚ ਲੱਗੇ ਹੋਏ, ਔਰ ਇਸ ਝੂਠੇ ਸੰਸਾਰ ਨੂੰ ਸੱਚਾ ਸਮਝ ਬੈਠੇ। ਭਾਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬੜੇ ਸੌਖੇ ਸ਼ਬਦਾਂ ਵਿੱਚ ਕਿਹਾ, ਚੇਤਨਾ ਹੈ ਤੋ ਚੇਤਨ ਹੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੜ ਜਿਉ ਪਾਨੀ। ਹਰ ਗੁਣ ਕਾਹੇ ਨ ਗਾਵਈ, ਮੂਰਖ ਅਗਿਆਨਾ। ਝੂਠੇ ਲਾਲਚ ਲਾਗ ਕੇ, ਨਾ ਮਰਨ ਪਛਾਨਾ। ਸਾਧੂ ਰਚਨਾ ਰਾਮ ਬਨਾਈ, ਇੱਕ ਬਿਨ ਸਹਿ ਇੱਕ ਅਸਥਿਰ ਮਾਨੈ। ਅਚਰਜ ਲਖਿਓ ਨ ਜਾਈ। ਰੇ ਨਰ ਐਸਾ ਚੀਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਬਿਨ ਸਤ ਲਗਤ ਨ ਬਾਰ, ਬਾਰੂ ਭੀਤ ਬਨਾਈ ਰਚਪਤ। ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ। ਉਰਜਿਓ ਕਹਾਂ ਗਵਾਰ, ਅਜੂ ਸਮਝ ਕਛ ਬਿਗੜਿਓ ਨਾਹਿਨ। ਭਜ ਲੈ ਨਾਮ ਮੁਰਾਰ, ਕਉ ਨਾਨਕ ਨਿਜ ਮਤ ਸਾਧਨ ਕੋ। ਭਾਖਿਓ ਤੋਹਿ ਪੁਕਾਰ। ਆਖਿਆ ਜਿਹੜਾ ਸੰਸਾਰ ਹੈ, ਇਹ ਤਾਂ ਅਸਲੀਅਤ ਇਹ ਹੈ ਕਿ ਫੁੱਲਾਂ ਕੀ ਬਾਗਾਤ। ਜੈਸੇ ਰਹਿਣ ਪਰਉ ਹੁਣੇ, ਉੱਠ ਚਲ ਸੈਂ ਪ੍ਰਭਾਤ। ਕਿਆ ਤੂੰ ਰਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ, ਜਿਨ ਦੀਆ ਸੋ ਪ੍ਰਭ ਲੋੜ। ਸਰ ਪਰ ਉੱਠੀ ਚੱਲਣਾ, ਛੱਡ ਜਾ ਤੈਂ ਲੱਖ ਕਰੋੜ।
ਫਿਰ ਪਾਤਸ਼ਾਹ ਕਹਿੰਦੇ ਨੇ ਕਮਨ ਕਾਜ ਮਾਇਆ ਵਡਿਆਈ। ਇਹ ਜਿਹੜੀ ਮਾਇਆ ਦੀ ਵਡਿਆਈ ਹੈ ਇਹ ਕਿਹੜੇ ਕੰਮ ਆਏ? ਪਰ ਹੈਰਾਨੀ ਦੀ ਗੱਲ ਹੈ, ਇਹਨਾਂ ਕੁਝ ਪੜ੍ਹਦਿਆਂ ਸੁਣਦਿਆਂ ਜਾਣਦਿਆਂ ਫਿਰ ਵੀ ਅਸੀਂ ਜੀਵ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਪਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਹ ਸੁਪਨਾ ਸੋਵਤ ਨਹੀਂ ਜਾਣੈ, ਹੈ ਮਾਇਆ ਸੁਪਨੇ ਦੀ ਮਾਨੇ। ਸੁਪਨਾ ਅਕਸਰ ਹਰ ਜੀਵ ਨੂੰ ਆਉਂਦਾ ਹੈ, ਕਿਸੇ ਨੂੰ ਚੰਗਾ ਆਵੇ, ਕਿਸੇ ਨੂੰ ਮਾੜਾ ਆਵੇ, ਕਿਸੇ ਨੂੰ ਆਪਣੇ ਕਾਰੋਬਾਰ ਦਾ ਆਵੇ, ਸੁਪਨਾ ਆਉਂਦਾ ਹੈ। ਕਈ ਵਾਰੀ ਦੇਖਿਆ ਕਿ ਲੋਕ ਸੁਪਨੇ ਵਿੱਚ ਹੀ ਤਕੜੀ ਤੋੜ ਰਹੇ ਨੇ, ਸੁਪਨੇ ਵਿੱਚ ਹੀ ਕੱਪੜਾ ਪਾੜ ਰਹੇ ਨੇ, ਸੁਪਨੇ ਵਿੱਚ ਹੀ ਖੇਤਾਂ ਵਿੱਚ ਹਲ ਚਲਾ ਰਹੇ ਨੇ, ਤਤਾ ਕਰੀ ਜਾਂਦੇ। ਇਹ ਬੜੀ ਸੁੰਦਰ ਮਿਸਾਲ ਦਿੱਤੀ। ਭਗਤਾਂ ਨੇ ਵੀ ਮੰਨਿਆ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਆਖਿਆ ਜਿਵੇਂ ਇੱਕ ਰਾਜਾ ਮਹਿਲਾਂ ਵਿੱਚ ਸਿੰਘਾਸਨ 'ਤੇ ਸੁੱਤਾ ਹੋਇਆ, ਉਹਨੂੰ ਸੁਪਨਾ ਆਇਆ। ਉਹ ਕੀ ਦੇਖਦਾ? ਮੰਗਤਾ ਬਣ ਕੇ, ਮੰਗਤਾ ਬਣ ਕੇ ਘਰ ਘਰ ਭਿੱਖਿਆ ਮੰਗਣ ਜਾਂਦਾ। ਕਹਿੰਦੇ ਬਿਲਕੁਲ ਸਾਡੀ ਵੀ ਇਹੋ ਹੀ ਹਾਲਤ। ਅਛਤ ਰਾਜ ਬਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਜਿਸ ਤਰ੍ਹਾਂ ਉਹ ਰਾਜਾ ਸੁਪਨੇ ਦੇ ਕਾਰਨ ਭਿਖਾਰੀ ਬਣ ਕੇ ਰਾਜ ਦੇ ਹੁੰਦਿਆਂ ਸੰਦਿਆਂ ਦੁਖੀ ਹੋ ਰਿਹਾ ਕਿ ਮੈਂ ਮੰਗਤਾ ਬਣ, ਸਾਡੀ ਵੀ ਇਹੋ ਹਾਲ। ਪਰ ਗੁਰੂ ਪੂਰੇ ਦੇ ਗਿਆਨ ਤੋਂ ਬਿਨਾਂ ਇਹਨੂੰ ਸਮਝ ਨਹੀਂ ਆਉਂਦੀ। ਇਹ ਸੁਪਨਾ ਸੋਵਤ ਨਹੀਂ ਜਾਣੈ, ਤੇ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਹੋਣ ਕਰਕੇ ਇਹ ਜਾਣਦਾ ਹੀ ਨਹੀਂ ਕਿ ਜੋ ਮੈਂ ਦੇਖ ਰਿਹਾ ਸੁਪਨਾ ਦੇਖ। ਤੋ ਇਸ ਲਈ ਪਾਤਸ਼ਾਹ ਨੇ ਸਾਨੂੰ ਸਮਝਾਉਣ ਦੀ ਕਿਰਪਾ ਕੀਤੀ। ਆਖਿਆ ਇਹ ਜਗਤ ਸੁਪਨੇ ਦੀ ਮਾਨੰਦ ਹੈ। ਜਿਸ ਦਿਨ ਤੁਹਾਨੂੰ ਗਿਆਨ ਦੀ ਜਾਗ ਆ ਗਈ ਇਹ ਸੁਪਨਾ ਖਤਮ ਹੋ ਜਾਏ। ਪਰ ਜਦੋਂ ਤੀਕਰ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਰਹਾਂਗੇ ਇਹ ਸੁਪਨਾ ਸੱਚਾ ਜਾਪੇ। ਇਹ ਸੁਪਨਾ ਸੋਵਤ ਨਹੀਂ ਜਾਣੈ, ਹੈ ਸਾਰਾ ਸੰਸਾਰ ਸੁਪਨੇ ਦੀ ਮਾਰੇ। ਪਰ ਕਿਉਂਕਿ ਇਹ ਸੁੱਤਾ ਪਿਆ ਤੇ ਜਦੋਂ ਤੀਕਰ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਰਹੇਗਾ ਇਹਨੂੰ ਕਦੇ ਸਮਝ ਆਉਣੀ ਨਹੀਂ। ਸਾਰੀ ਗੁਰਬਾਣੀ ਇਹ ਸਾਰੇ ਸੰਸਾਰ ਨੂੰ ਸੁਪਨੇ ਨਾਲ ਤੁਲਨਾ ਦੇ ਰਹੀ, ਪਰ ਸਾਨੂੰ ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਅਸੀਂ ਸੁੱਤੇ ਹੋਏ। ਇਹ ਗੱਲ ਤੇ ਅਸੀਂ ਜਾਣਦੇ ਹਾਂ ਕਿ ਜਦੋਂ ਤੀਕਰ ਸੁੱਤੇ ਹੋਏ ਹਾਂ ਸੁਪਨੇ ਦੀ ਹਰ ਚੀਜ਼ ਸਾਨੂੰ ਸੱਚੀ ਲੱਗੇ, ਪਰ ਜਦੋਂ ਅੱਖਾਂ ਖੁੱਲ੍ਹ ਗਈਆਂ, ਜਾਗ ਆ ਗਈ, ਫਿਰ ਸਭ ਕੁਝ ਝੂਠਾ ਹੋ ਜਾਏ। ਤੋ ਮਹਾਰਾਜ ਕਹਿੰਦੇ ਨੇ ਇਹ ਸੁਪਨਾ ਸੋਵਤ ਨਹੀਂ ਜਾਣੈ, ਹੈ ਸੰਸਾਰ ਸੁਪਨਾ। ਪਰ ਸੁੱਤਾ ਹੋਣ ਕਰਕੇ ਇਹ ਜਾਣਦਾ ਨਹੀਂ। ਸੁਪਨੇ ਵਿੱਚ ਸੁੱਤਾ ਹੋਇਆ ਮਨੁੱਖ ਇਹ ਨਹੀਂ ਜਾਣਦਾ ਕਿ ਮੈਂ ਸੁੱਤਾ ਪਿਆ, ਇਹ ਸੁਪਨਾ ਵੇਖ ਰਿਹਾ। ਅਚੇਤ ਵਿਵਸਥਾ ਮੈਂ ਨ ਪਛਾਨੈ। ਅਚੇਤ ਦਾ ਮਤਲਬ ਹੈ ਬੇਖਬਰੀ ਦੀ ਹਾਲਤ ਵਿੱਚ ਇਹਨੂੰ ਜੱਫੇ ਮਾਰ ਰਿਹਾ। ਸਾਧ ਸੰਗਤ, ਜਦੋਂ ਵਿਚਾਰ ਦੀ ਦ੍ਰਿਸ਼ਟੀ ਨਾਲ ਦੇਖਾਂਗੇ ਤੇ ਸਾਨੂੰ ਇਹ ਗੱਲ ਆਪਣੇ ਆਪ ਤੇ ਬਿਲਕੁਲ ਠੀਕ ਨਜ਼ਰ ਆਵੇ। ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਸਮਝ ਆ ਜਾਂਦੀ ਉਹ ਫਿਰ ਸਾਵਧਾਨ ਹੋ ਜਾਂਦੇ, ਉਹ ਆਪਣੇ ਆਪ ਨੂੰ ਬਚਾ ਲੈਂਦੇ
ਤੇ ਬਾਣੀ ਗੁਰੂ ਜੀ ਸਾਨੂੰ ਸੁੱਤਿਆਂ ਨੂੰ ਜਗਾਉਂਦੀ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਇਹ ਸੁਪਨਾ ਸੋਵਤ ਨਹੀਂ ਜਾਣੈ, ਹੈ ਸੰਸਾਰ ਸੁਪਨਾ। ਪਰ ਜੀਵ ਮੈਂ ਤੇ ਤੁਸੀਂ ਸੁੱਤੇ ਪਏ ਹਾਂ, ਸੁੱਤੇ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਔਰ ਅਚੇਤ ਵਿਵਸਥਾ ਮੈਂ ਲਪਟਾਨਾ, ਗਾਫਲ ਹੋ ਕੇ ਇਸ ਹਾਲਤ ਵਿੱਚ ਇਹਨੂੰ ਜੱਫੇ ਮਾਰਨੇ, ਆਪਣਾ ਆਪਣਾ ਕਹਿ ਕੇ ਇਸ ਨੂੰ ਜੱਫੇ ਮਾਰਨ ਦਾ ਯਤਨ ਕਰਨਾ। ਫਿਰ ਪਾਤਸ਼ਾਹ ਸ਼ਬਦ ਦੇ ਆਰੰਭ ਵਿੱਚ ਸਮਝਾਉਂਦੇ ਨੇ, ਕਮਨ ਕਾਜ ਮਾਇਆ ਵਡਿਆਈ। ਲੋਕ ਇਸ ਮਾਇਆ ਦੀ ਵਡਿਆਈ ਦੇ ਪਿੱਛੇ ਲੱਗੇ ਹੋਏ, ਫਲਾਣੇ ਕੋਲ ਇਤਨੀ ਹੈ, ਫਲਾਣੇ ਕੋਲ ਇਤਨੀ ਹੈ। ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ, ਸਾਹਸ ਖਟੇ ਲੱਖ ਕੋ ਉਠਤਾ ਹਵੇ, ਤ੍ਰਿਪਤ ਨ ਆਵੇ, ਮਾਇਆ ਪਾਛੈ ਪਾਵੇ। ਰਜਦਾ ਹੀ ਨਹੀਂ, ਕਹਿੰਦਾ ਹੋਰ ਚਾਹੀਦੀ ਹੈ, ਹੋਰ ਚਾਹੀਦੀ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹ ਦੱਸ, ਇਹ ਮਾਇਆ ਦੀ ਵਡਿਆਈ ਕਿਹੜੇ ਕੰਮ ਆਵੇ? ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਕਮਨ ਕਾਜ ਮਾਇਆ ਵਡਿਆਈ, ਇਹ ਮਾਇਆ ਦੀ ਵਡਿਆਈ ਕਿਹੜੇ ਕੰਮ ਹੈ? ਇਹਦੀ ਅਸਲੀਅਤ ਕੀ ਹੈ? ਜਾਂ ਕੋ ਬਿਨ ਸਤ ਬਾਰ ਨ ਕਾਈ। ਹੁਣ ਦੇਖੋ ਸਾਧ ਸੰਗਤ ਇੱਥੇ ਬਾਰ ਅੱਖਰ ਆਏ। ਹੁਣ ਬਾਹਰ ਦੇ ਜੇ ਅੱਖਰੀ ਅਰਥ ਕਰਨ ਲੱਗੀਏ ਤੇ ਬਹੁਤ ਜ਼ਿਆਦਾ। ਬਾਹਰ ਵਾਰੀ ਨੂੰ ਵੀ ਕਹਿੰਦੇ ਨੇ, ਬਾਹਰ ਦਰਵਾਜ਼ੇ ਨੂੰ ਵੀ ਕਹਿੰਦੇ ਨੇ। ਇੱਥੇ ਬਾਹਰ ਦਾ ਮਤਲਬ ਇਹਨੂੰ ਦੇਰੀ ਨਹੀਂ ਲੱਗਦੀ। ਸੁਪਨੇ ਨੂੰ ਖਤਮ ਹੁੰਦਿਆਂ ਕਿੰਨੀ ਦੇਰ ਲੱਗਦੀ? ਅੱਖ ਖੁੱਲੀ ਤੇ ਸੁਪਨਾ ਖਤਮ। ਕਹਿੰਦੇ ਇਸੇ ਤਰ੍ਹਾਂ ਇਹ ਜਿਤਨੀ ਮਾਇਆ ਦੀ ਵਡਿਆਈ ਹੈ, ਇਸ ਮਾਇਆ ਦੀ ਵਡਿਆਈ ਵੀ ਸੁਪਨੇ ਦੀ ਮਾਨਿੰਦ ਹੈ। ਜਦੋਂ ਗਿਆਨ ਦੀ ਜਾਗ ਆਵੇਗੀ, ਸਮਝ ਆ ਜਾਏ। ਮੈਂ ਕਈ ਵਾਰੀ ਇਸ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਰਾਜਾ ਜਨਕ ਦੀ ਇਹ ਗਾਥਾ ਸੁਣਾਈ, ਸਿਰਫ ਇਸ ਲਈ ਕਿ ਸਾਨੂੰ ਸਮਝ ਆ ਜਾਏ। ਕਹਿੰਦੇ ਨੇ ਰਾਜਾ ਜਨਕ ਆਪਣੇ ਮਹਿਲਾਂ ਵਿੱਚ ਸਿੰਘਾਸਨ 'ਤੇ ਸੁੱਤਾ ਹੋਇਆ। ਉਹਨੂੰ ਸੁਪਨਾ ਆਇਆ ਕਿ ਮੈਂ ਮੰਗਤਾ ਬਣ ਕੇ ਤੇ ਭਿਖਾਰੀ ਬਣ ਕੇ ਲੋਕਾਂ ਦੇ ਘਰ ਤੋਂ ਭਿਖਿਆ ਮੰਗਣ ਗਿਆ। ਕਿਸੇ ਦੇ ਘਰੋਂ ਥੋੜ੍ਹੀ ਜਿਹੀ ਦਾਲ ਮਿਲੀ, ਕਿਧਰੋਂ ਚੌਲ ਮਿਲੇ, ਕਿਸੇ ਘੁਮਿਆਰ ਦੇ ਘਰੋਂ ਹਾਂਡੀ ਮੰਗ ਲਈ। ਸੜਕ ਦੇ ਕੰਢੇ 3 ਇੱਟਾਂ ਜੋੜ ਕੇ ਕੱਖ ਕੰਡਾ ਇਕੱਠਾ ਕਰਕੇ ਅੱਗ ਬਾਲ ਲਈ। ਤੇ ਹੁਣ ਉਸਨੇ ਖਿਚੜੀ ਬਣਾਉਣੀ ਸ਼ੁਰੂ ਕੀਤੀ। ਸੁਪਨਾ ਦੇਖ ਰਿਹਾ, 2 ਬੈਲ ਆਪਸ ਵਿੱਚ ਲੜਦੇ ਲੜਦੇ ਆਏ। ਉਹਨਾਂ ਤੋਂ ਡਰ ਗਿਆ, ਉਹਨਾਂ ਦੀਆਂ ਠੋਕਰਾਂ ਲੱਗੀਆਂ, ਚੁੱਲ੍ਹਾ ਵੀ ਡਿੱਗ ਪਿਆ, ਹਾਂਡੀ ਵੀ ਟੁੱਟ ਗਈ, ਖਿਚੜੀ ਵੀ ਡੁੱਲ ਗਈ ਤੇ ਰਾਜੇ ਜਨਕ ਦੀ ਅੱਖ ਵੀ ਖੁੱਲ੍ਹ ਗਈ। ਕਿਉਂਕਿ ਜਿਹੜਾ ਸੁਪਨਾ ਹੁੰਦਾ ਥੋੜ੍ਹੀ ਦੇਰ ਤੱਕ ਤੇ ਉਹਦਾ ਪ੍ਰਭਾਵ ਰਹਿੰਦਾ। ਰਾਜੇ ਦੇ ਮੂੰਹੋਂ ਨਿਕਲਿਆ, ਇਹ ਸੱਚ ਕਿ ਉਹ ਸੱਚ। ਜੋ ਮੈਂ ਜਾਗਰਤ ਮੇਂ ਦੇਖ ਰਿਹਾ ਇਹ ਸੱਚਾ ਹੈ, ਜਾਂ ਜੋ ਮੈਂ ਸੁਪਨਾ ਦੇਖ ਰਿਹਾ ਉਹ ਸੱਚਾ? ਹੁਣ ਇਸ ਸਵਾਲ ਵਿੱਚ ਰਾਜਾ ਜਨਕ ਆਪੇ ਹੀ ਉਲਝ ਗਿਆ। ਬੜੇ ਬੜੇ ਪੰਡਿਤ ਗਿਆਨੀ ਵਿਦਵਾਨਾਂ ਨੂੰ ਸੱਦਿਆ, ਭਾਈ ਮੇਰੇ ਸਵਾਲ ਦਾ ਜਵਾਬ ਦਿਓ। ਬਸ ਇੰਨਾ ਹੀ ਕਹਿੰਦਾ, ਇਹ ਸੱਚ ਕਿ ਉਹ ਸੱਚ। ਸਾਰਿਆਂ ਨੇ ਆਪਣਾ ਦਿਮਾਗ ਲਾਇਆ, ਪਰ ਕੋਈ ਰਾਜੇ ਦੀ ਤਸੱਲੀ ਨਾ ਕਰਾ ਸਕਿਆ।
ਇਸ ਤੋਂ ਵੱਧ ਕਿਸੇ ਨੂੰ ਦੱਸਦਾ ਨਹੀਂ। ਕਹਿੰਦੇ ਨੇ ਆਖਰ ਪੂਰਨ ਬ੍ਰਹਮ ਗਿਆਨੀ ਅਸ਼ਟਾਵਕਰ ਜੀ ਆਏ ਤੇ ਉਹਨਾਂ ਨੇ ਪੁੱਛਿਆ, ਰਾਜਾ ਦੱਸ ਕੀ ਸਵਾਲ ਹੈ ਤੇਰਾ? ਆਂਦਾ ਜੀ ਮੇਰਾ ਸਵਾਲ ਹੈ ਇਹ ਸੱਚ ਕਿ ਉਹ ਸੱਚ। ਮਹਾਤਮਾ ਕਹਿਣ ਲੱਗੇ ਇਹਦਾ ਤੇ ਜਵਾਬ ਬੜਾ ਸੌਖਾ ਹੈ। ਜੈਸਾ ਵੋ ਤੈਸਾ ਇਹ, ਜੈਸਾ ਦੇ ਵੈਸਾ। ਆਂਦਾ ਜਰਾ ਖੋਲ ਕੇ ਸਮਝਾਓ। ਕਹਿੰਦੇ ਰਾਜਾ ਤੂੰ ਆਪਣਾ ਸਵਾਲ ਵੀ ਖੋਲ ਕੇ ਦੱਸ। ਹੁਣ ਰਾਜੇ ਨੂੰ ਮਜਬੂਰ ਹੋ ਕੇ ਦੱਸਣਾ ਪਿਆ। ਜਦੋਂ ਉਹਨੇ ਆਪਣੀ ਸੁਪਨੇ ਦੀ ਗੱਲ ਸੁਣਾਈ ਤੇ ਮਹਾਤਮਾ ਕਹਿਣ ਲੱਗੇ ਫਿਰ ਸਾਡਾ ਜਵਾਬ ਠੀਕ ਹੈ। ਜਦੋਂ ਤੀਕਰ ਤੂੰ ਸੁੱਤਾ ਪਿਆ ਸੀ ਉਦੋਂ ਤੀਕਰ ਸੁਪਨੇ ਦੀ ਹਰ ਚੀਜ਼ ਸੱਚ ਸੀ। ਜਦੋਂ ਤੂੰ ਜਾਗ ਪਿਆ ਤਾਂ ਹੁਣ ਸੁਪਨੇ ਦੀ ਹਰ ਚੀਜ਼ ਝੂਠੀ ਹੋ ਗਈ। ਇਸੇ ਤਰ੍ਹਾਂ ਅਗਿਆਨਤਾ ਦੀ ਨੀਂਦਰ ਵਿੱਚ ਸੁੱਤਾ ਰਹੇਗਾ, ਤੈਨੂੰ ਇਹ ਮਾਇਆ ਸੱਚੀ ਲੱਗੇ। ਪਰ ਜਿਸ ਦਿਨ ਤੈਨੂੰ ਗੁਰੂ ਕਿਰਪਾ ਦੇ ਨਾਲ ਗਿਆਨ ਦੀ ਜਾਗ ਆ ਗਈ ਫਿਰ ਤੈਨੂੰ ਇਹ ਝੂਠਾ ਲੱਗੇ। ਤੋ ਸਾਧ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਫਰਮਾਉਂਦੇ ਨੇ, ਇਹ ਸੁਪਨਾ ਸੋਵਤ ਨਹੀਂ ਜਾਣੈ, ਅਚੇਤ ਵਿਵਸਥਾ ਮੈਂ ਲਪਟਾਨੈ। ਰਹਾਉ ਕਮਨ ਕਾਜ ਮਾਇਆ ਵਡਿਆਈ। ਹੇ ਭਾਈ ਇਹ ਮਾਇਆ ਦੀ ਵਡਿਆਈ, ਇਹਦਾ ਵੱਡਾਪਨ ਕਿਹੜੇ ਕੰਮ ਹੈ? ਜਾ ਕੋ ਬਿਨਸਤ ਬਾਰ ਨ ਕਾਈ। ਜਿਸ ਨੂੰ ਨਾ ਸੁਣਦਿਆਂ ਅੱਖ ਫਰਕਣ ਦਾ ਸਮਾਂ ਲੱਗਦਾ। ਇਸੇ ਲਈ ਪਾਤਸ਼ਾਹ ਨੇ ਇਸ ਨੂੰ ਬੱਦਲ ਦੀ ਛਾਂ ਕਿਹਾ। ਗੁਰਬਾਣੀ ਵਿੱਚ ਇਸ ਨੂੰ ਸਮਝਾਉਣ ਲਈ ਮਾਈ ਮਾਇਆ ਛਲ ਤਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਐਸੀਆਂ ਮਿਸਾਲਾਂ ਦਿੱਤੀਆਂ ਨੇ ਜਿਹੜੀਆਂ ਅਕੱਟ ਹਨ, ਜਿਨ੍ਹਾਂ ਨੂੰ ਕੋਈ ਦਲੀਲ ਕੱਟ ਨਹੀਂ ਸਕਦੀ। ਆਖਿਆ ਇਹ ਮਾਇਆ ਛਲ ਰੂਪ ਹੈ। ਕਿਵੇਂ? ਜਿਵੇਂ ਤ੍ਰਿਣ ਕੀ ਅਗਨ, ਕੱਖਾਂ ਦੀ ਅੱਗ ਇੱਕ ਵਾਰੀ ਬੜਾ ਭਾਂਬੜ ਮਚਦਾ ਫਿਰ ਬੁੱਝ ਜਾਂਦਾ। ਮੇਘ ਕੀ ਛਾਇਆ, ਜਿਵੇਂ ਬੱਦਲ ਦੀ ਛਾਂ, ਕੜਕਦੀ ਧੁੱਪ ਵਿੱਚ ਮਾੜੀ ਜੀ ਬਦਲੀ ਆਵੇ ਬੜਾ ਸੁੱਖ ਮਹਿਸੂਸ ਹੁੰਦਾ, ਪਰ ਹਵਾ ਆਉਂਦੀ ਹੈ ਬਦਲੀ ਉੱਡ ਜਾਂਦੀ ਫਿਰ ਉੱਥੇ ਦਾ ਉੱਥੇ। ਹੜ੍ਹ ਦਾ ਪਾਣੀ ਪਹਾੜਾਂ ਵਿੱਚ ਮੀਂਹ ਪੈ ਜਾਏ ਤੇ ਆ ਜਾਂਦਾ, ਮੀਂਹ ਹਟ ਜਾਏ ਤੇ ਦਰਿਆ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਕਮਨ ਕਾਜ ਮਾਇਆ ਵਡਿਆਈ, ਜਾ ਕੋ ਬਿਨਸਤ ਬਾਰ ਨ ਕਾਈ। ਇਹ ਸੁਪਨਾ ਸੋਵਤ ਨਹੀਂ ਜਾਣੈ। ਇਹ ਸੰਸਾਰ ਹੈ ਤੇ ਸੁਪਨੇ ਦੀ ਮਾਨੰਦ, ਪਰ ਕਿਉਂਕਿ ਜੀਵ ਸੁੱਤਾ ਹੋਇਆ ਇਸ ਲਈ ਇਹਨੂੰ ਸਮਝ ਨਹੀਂ ਆਉਂਦੀ। ਤੇ ਅਚੇਤ ਵਿਵਸਥਾ ਮੈਂ ਲਪਟਾਨੈ, ਇਸ ਤਰ੍ਹਾਂ ਗਾਫਲ ਹੋ ਕੇ ਇਹਦੇ ਵਿੱਚ ਲਪਟਿਆ ਰਹਿੰਦਾ। ਰਹਾਉ ਮਹਾ ਮੋਹ ਮੋਇਓ ਗਾਵਾਰਾ। ਗਾਵਾਰ ਕਹਿੰਦੇ ਨੇ ਮੂਰਖ ਨੂੰ, ਜਿਹਨੂੰ ਸਮਝ ਕੋਈ ਨਹੀਂ। ਮਹਾ ਮੋਹ, ਇਹਦੇ ਮੋਹ ਵਿੱਚ ਫਸਿਆ ਹੋਇਆ, ਪੁੱਤਰਾਂ ਧੀਆਂ ਦੇ ਮੋਹ ਵਿੱਚ ਲੱਗਾ ਰਹਿੰਦਾ। ਕੋਲੂ ਦੇ ਬੈਲ ਵਾਂਗੂ। ਆਮ ਤੌਰ 'ਤੇ ਬਾਣੀ ਵਿੱਚ ਮਿਸਾਲ ਦਿੱਤੀ ਵੀ ਜਿਹੜਾ ਕੋਲੂ ਦਾ ਬੈਲ ਹੁੰਦਾ ਉਹਨੂੰ ਤੇਲੀ ਸਵੇਰੇ ਉੱਠ ਕੇ ਘਾਹ ਪੱਠਾ ਖਵਾ ਦਿੰਦਾ ਤੇ ਫਿਰ ਉਹਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦਾ। ਹੁਣ ਉਹ ਤੁਰਿਆ ਜਾਂਦਾ, ਤੁਰਿਆ ਤੇ ਬਹੁਤ ਹੈ। ਜੇ ਕਿਤੇ ਮਾੜਾ ਜਿਹਾ ਖਲੋਣ ਲੱਗਦਾ ਤੇ ਤੇਲੀ ਫਿਰ ਡੰਡਾ ਮਾਰ ਦਿੰਦਾ, ਫਿਰ ਪੁਚਕਾਰ ਦਿੰਦਾ, ਫਿਰ ਦੌੜ ਪੈਂਦਾ। ਹੁਣ ਉਹ ਤੁਰਿਆ ਤੇ ਬਹੁਤ ਹੈ, ਪਰ ਜਦੋਂ ਅੱਖਾਂ ਤੋਂ ਖੋਪੇ ਖੋਲੇ ਫਿਰ ਕਿਧਰੇ ਗਿਆ ਨਹੀਂ, ਉੱਥੇ ਹੀ ਹੈ। ਸੱਚਮੁੱਚ ਇਸੇ ਤਰ੍ਹਾਂ ਇਹ ਗਾਫਲ ਪੁਣੇ ਦੇ ਕਾਰਨ ਮਹਾ ਮੋਹ ਮੋਇਓ ਗਾਵਾਰਾ। ਇਹ ਮੂਰਖ ਜੀਵ ਇਸ ਮਹਾ ਮੋਹ ਮਾਇਆ ਦੇ ਵੱਡੇ ਮੋਹ ਵਿੱਚ ਮੋਹਿਆ ਹੋਇਆ
ਫਸਿਆ ਹੋਇਆ, ਗਲਤਾਨ ਹੋਇਆ। ਇਹਦੀ ਹਾਲਤ ਉਸ ਮੱਖੀ ਵਾਂਗੂ ਹੈ ਜਿਹੜੀ ਗੁੜ ਦੇ ਉੱਤੇ ਬੈਠਦੀ ਹੈ ਮਿੱਠਾ ਖਾਣ ਵਾਸਤੇ, ਪਰ ਉਹਦੇ ਵਿੱਚ ਹੀ ਫਸ ਜਾਂਦੀ ਔਰ ਉੱਥੇ ਹੀ ਤੜਫ ਤੜਫ ਕੇ ਮਰ ਜਾਂਦੀ। ਮਾਹਾ ਮੋਹ ਮੋਇਓ ਗਾਵਾਰਾ, ਪੇਖਤ ਪੇਖਤ ਊਠ ਸਿਧਾਰਾ। ਇਹਨਾਂ ਅੱਖਾਂ ਨਾਲ ਦੇਖਦਿਆਂ ਦੇਖਦਿਆਂ ਇੱਥੋਂ ਤਿਆਰੀ ਹੋ ਜਾਂਦੀ। ਹੁਣੇ ਅਸੀਂ ਪੜ੍ਹ ਕੇ ਹਟੇ ਹਾਂ ਕਿ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਤੋ ਕਰ ਲੈ ਖਰਨਾ। ਕੋਈ ਵੀ ਭਾਵੇਂ ਕਿਤਨਾ ਵੱਡਾ ਹੈ, ਸਦੀਵੀ ਇੱਥੇ ਕੋਈ ਨਹੀਂ ਰਹਿ ਸਕਦਾ। ਪਰ ਇਹ ਵੇਖਦਾ ਵੇਖਦਾ ਵੀ ਸਮਝਦਾ ਨਹੀਂ, ਕੌਣ ਨਹੀਂ ਮਰਿਆ, ਕੌਣ ਨਹੀਂ ਮਰੇਗਾ। ਪਾਤਸ਼ਾਹ ਤੇ ਸਾਨੂੰ ਰੋਜ਼ ਸਮਝਾਉਂਦੇ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਮਹਾ ਮੋਹ ਮੋਇਓ ਗਾਵਾਰਾ, ਪੇਖਤ ਪੇਖਤ ਊਠ ਸਿਧਾਰਾ। ਦੇਖੋ ਜਿਹੜੇ ਮਹਾਂਪੁਰਖ ਨੇ, ਆਤਮ ਗਿਆਨੀ, ਉਹ ਸਾਨੂੰ ਕਦਮ ਕਦਮ 'ਤੇ ਜਗਾਉਣ ਦਾ, ਸਮਝਾਉਣ ਦਾ ਯਤਨ ਕਰਦੇ, ਪਰ ਇਹ ਮੋਹ ਵਿੱਚ ਫਸਿਆ ਜੀਵ ਸੋਚਦਾ ਨਹੀਂ। ਫਿਰ ਤੀਜੇ ਪਦ ਵਿੱਚ ਮਹਾਰਾਜ ਕਹਿੰਦੇ ਨੇ, ਪਿਆਰਿਓ ਊਚ ਤੇ ਊਚ ਤਾਕਾ ਦਰਬਾਰਾ। ਉਹ ਪਰਮਾਤਮਾ ਜਿਹੜਾ, ਉਹਦਾ ਦਰਬਾਰ ਉੱਚੇ ਤੋਂ ਉੱਚਾ। ਉਹਦੀ ਇਸ ਖੇਡ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ। ਕਈ ਜੰਤ ਬਿਨਾਹਿ ਉਪਾਰਾ, ਕਈ ਜੰਤ, ਕਿੰਨੇ ਜੀਵ ਉਸ ਪਰਮਾਤਮਾ ਨੇ ਪੈਦਾ ਕੀਤੇ ਨੇ, ਫਿਰ ਨਾਸ਼ ਕਰ ਦਿੱਤਾ। ਇਹ ਜਿਹੜਾ ਓਪਤ ਖਪਤ ਦੀ ਖੇਡ ਹੈ, ਇਹ ਪਰਮਾਤਮਾ ਨੇ ਪਤਾ ਨਹੀਂ ਕਦੋਂ ਆਰੰਭ ਕੀਤੀ ਹੈ ਅਤੇ ਕਦੋਂ ਮੁੱਕੇਗੀ। ਭਾਵ ਸਾਡੀ ਸਮਝ ਤੋਂ ਇਹ ਬਾਹਰ ਹੈ। ਇਸ ਲਈ ਮਹਾਰਾਜ ਕਹਿੰਦੇ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਵਾਹਿਗੁਰੂ, ਮੈਂ ਤੇ ਕੁਰਬਾਨ ਜਾਨਾ, ਮੈਂ ਤੇਰੀ ਇਸ ਉੱਚੀ ਗਤੀ ਨੂੰ ਨਹੀਂ ਸਮਝ ਸਕਦਾ। ਤੋ ਊਚ ਤੇ ਊਚ ਤਾਕਾ ਦਰਬਾਰਾ, ਕਈ ਜੰਤ ਬਿਨਾਹਿ ਉਪਾਰਾ। ਦੂਸਰ ਹੋਵਾ ਨਾ ਕੋ ਹੋਈ। ਆਖਿਆ ਬਈ ਪਰਮਾਤਮਾ ਤੋਂ ਬਿਨਾਂ ਨਾ ਦੂਜਾ ਕੋ ਹੋਇਆ ਤੇ ਨਾ ਹੋਵੇਗਾ। ਜਪ ਨਾਨਕ ਪ੍ਰਭ ਏਕੋ ਸੋਈ। ਨਾਨਕ ਜੀ ਫਰਮਾਉਂਦੇ ਨੇ, ਹੇ ਭਾਈ ਮੇਰੀ ਸਲਾਹ ਮੰਨ, ਉਸ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇਹ ਗੱਲ ਦ੍ਰਿੜ ਕਰ ਕਿ ਪਰਮਾਤਮਾ ਦੀ ਇਹ ਖੇਡ ਹੈ ਤਮਾਸ਼ਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਪੇਖ ਦਿਖਲਾਈ। ਸਾਂਗ ਉਤਾਰ ਥਮਿਓ ਪਾਥਾਰਾ, ਤਬ ਏਕੋ ਏਕ ਹੰਕਾਰਾ। ਕਮਨ ਰੂਪ ਦਿਸ਼ਟੋ ਬਿਨ ਥਾਇਓ, ਕਤੈ ਗਇਓ ਉਹ ਕਤ ਤੇ ਆਇਓ। ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਣ ਕੀਨੇ ਬਹੁ ਰੰਗਾ। ਤੋ ਸਾਧ ਸੰਗਤ, ਇਸ ਪਾਵਨ ਸ਼ਬਦ ਦੁਆਰਾ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਮਾਇਆ ਦੀ ਵਡਿਆਈ ਤੋਂ ਬਚਣ ਲਈ ਪ੍ਰੇਰਦੇ ਨੇ ਅਤੇ ਕਹਿੰਦੇ ਭਾਈ ਇਹ ਸੁਪਨਾ ਹੈ, ਇਹਨੂੰ ਸੁਪਨੇ ਨੂੰ ਤੁਸੀਂ ਸੱਚਾ ਮੰਨ ਕੇ ਬੈਠੇ ਹੋਏ ਹੋ ਅਤੇ ਇਹ ਤੁਹਾਡੀ ਖੇਡ ਤਾਂ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਹੋਏ ਹੋ। ਆਓ ਉਸ ਅਸਲੀਅਤ ਨੂੰ ਸਮਝੀਏ ਅਤੇ ਉਹਦਾ ਸਿਮਰਨ ਕਰੀਏ, ਜੋ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।